नमस्कार भाई सारे ਨੂੰ ਜਿਵੇਂ ਕਿ ਤੁਹਾਨੂੰ ਪਤਾ ਆਪਣੀ ਹਿਸਟਰੀ ਦੀ ਕਲਾਸ ਚੱਲ ਰਹੀ ਹੈ। ਆਪਣੇ ਹਿਸਟਰੀ ਦੇ ਪਹਿਲਾਂ 24 ਲੈਕਚਰ ਕੰਪਲੀਟ ਹੋ ਚੁੱਕੇ ਹੈ। ਆ ਲੈਕਚਰ ਨੰਬਰ 25 ਹੈ। 24ਵੇਂ ਲੈਕਚਰ 'ਚ ਆਪਾਂ ਜਾਣਿਆ ਸੀ ਗੁਲਾਮ ਵੰਸ਼ ਦੇ ਇਲਤੁਤਮਿਸ਼ ਬਾਰੇ ਪੜ੍ਹਿਆ ਸੀਗਾ ਤੇ ਉਹਦਾ ਟਾਈਮ ਪੀਰੀਅਡ ਕੰਪਲੀਟ ਕੀਤਾ ਸੀ ਆਪਾਂ। ਅੱਜ ਜਾਣਦੇ ਹਾਂ ਇਲਤੁਤਮਿਸ਼ ਤੋਂ ਬਾਅਦ ਕੌਣ ਗੱਦੀ ਤੇ ਬੈਠਾ। ਠੀਕ ਹੈ, ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਲੈਕਚਰ ਸ਼ੁਰੂ ਕਰਦਾ ਹਾਂ। ਤਾਂ ਹੈਡਿੰਗ ਲਿਖਦੇ ਹਾਂ ਗੁਲਾਮ ਵੰਸ਼। ਤਾਂ ਹੈਡਿੰਗ ਲਿਖਿਓ ਗੁਲਾਮ ਵੰਸ਼। ਆਪਾਂ ਗੱਲ ਕੀਤੀ ਸੀ ਇਲਤੁਤਮਿਸ਼ ਦੀ। ਇਲਤੁਤਮਿਸ਼ ਦੀ ਡੈਥ ਤੋਂ ਬਾਅਦ ਇਹਦੇ ਤਿੰਨ ਜਵਾਕ ਸੀਗੇ, ਮੇਨਲੀ ਤਿੰਨ ਸੀਗੇ, ਜਵਾਕ ਤਾਂ ਹੋਰ ਵੀ ਸੀਗੇ ਬਟ ਮੇਨਲੀ ਜਿਨ੍ਹਾਂ ਦੀ ਗੱਲ ਕੀਤੀ ਤਿੰਨ। ਤਾਂ ਤਿੰਨ ਦੇ ਵਿੱਚ ਸਭ ਤੋਂ ਪਹਿਲਾਂ ਆਂਦਾ ਸੀ ਸਭ ਤੋਂ ਵੱਡਾ ਮੁੰਡਾ ਰੁਕਨੁਦੀਨ। ਠੀਕ ਹੈ ਬਈ, ਰੁਕਨੁਦੀਨ ਫਿਰੋਜ਼ ਸਭ ਤੋਂ ਪਹਿਲਾਂ ਆ ਗਿਆ ਸੀਗਾ, ਰੁਕਨੁਦੀਨ ਫਿਰੋਜ਼। ਉਸ ਤੋਂ ਬਾਅਦ ਇਹਦਾ ਇੱਕ ਹੋਰ ਮੁੰਡਾ ਸੀਗਾ ਜਿਹਦਾ ਨਾਂ ਸੀ ਬਹਿਰਾਮ ਸ਼ਾਹ। ਠੀਕ ਹੈ, ਬਹਿਰਾਮ ਸ਼ਾਹ। ਉਸ ਤੋਂ ਬਾਅਦ ਇੱਕ ਕੁੜੀ ਸੀਗੀ, ਇਹਦਾ ਨਾਂ ਤੁਸੀਂ ਸੁਣਿਆ ਹੋਇਆ, ਜਿਹਦਾ ਨਾਂ ਸੀ ਰਜੀਆ ਸੁਲਤਾਨ। ਬਈ ਤੁਸੀਂ ਇਹਦਾ ਨਾਂ ਜ਼ਰੂਰ ਸੁਣਿਆ ਹੋਏਗਾ, ਰਜੀਆ ਸੁਲਤਾਨ ਦਾ। ਜਦੋਂ ਡੈਥ ਹੋਈ ਇਲਤੁਤਮਿਸ਼ ਦੀ, ਤਾਂ ਇਲਤੁਤਮਿਸ਼ ਦੀ ਡੈਥ ਤੋਂ ਬਾਅਦ ਇਲਤੁਤਮਿਸ਼ ਚਾਹੁੰਦਾ ਸੀ ਗੱਦੀ ਤੇ ਕੌਣ ਬੈਠੇ, ਰਜੀਆ ਬੈਠੇ। ਪਰ ਚਾਲੀਸਾ ਨੂੰ ਇਹ ਗੱਲ ਪਸੰਦ ਨਹੀਂ ਸੀ। ਚਾਲੀਸਾ ਜਿਹੜੀ 40 ਬੰਦਿਆਂ ਦੀ ਟੀਮ ਸੀ ਜੋ ਇਲਤੁਤਮਿਸ਼ ਬਣਾ ਕੇ ਗਿਆ ਸੀ, ਉਹ ਨਹੀਂ ਚਾਹੁੰਦੇ ਸੀ ਕੋਈ ਕੁੜੀ ਬੈਠੇ, ਉਹ ਚਾਹੁੰਦੇ ਸੀ ਕੋਈ ਮੁੰਡਾ ਹੀ ਬੈਠੇ। ਤਾਂ ਇਹਦੇ ਮੁੰਡੇ ਨੂੰ ਬਾਤਾ ਰੁਕਨੁਦੀਨ ਨੂੰ ਫਿਰ ਇਲਤੁਤਮਿਸ਼ ਕਿਉਂ ਨਹੀਂ ਬਾਣਾ ਚਾਹੁੰਦਾ ਸੀ? ਕਿਉਂਕਿ ਇਹ ਸਿਰੇ ਦਾ ਨਕੰਮਾ ਸੀਗਾ। ਇਸ ਗੱਲ ਦਾ ਇਲਤੁਤਮਿਸ਼ ਨੂੰ ਪਤਾ ਸੀ, ਪਰ ਚਾਲੀਸਾ ਨੂੰ ਇਸ ਗੱਲ ਦਾ ਬੇਖਬਰ ਸੀਗੀ, ਚਾਲੀਸਾ ਇਸ ਖਬਰ ਤੋਂ। ਤਾਂ ਇਸ ਲਈ ਉਹਨਾਂ ਨੇ ਇਹਦੀ ਬਜਾਏ ਰੁਕਨੁਦੀਨ ਨੂੰ ਬਾਤਾ, ਜਦ ਕਿ ਮਨਾ ਕਰਕੇ ਗਿਆ ਸੀ ਇਲਤੁਤਮਿਸ਼। ਤਾਂ ਰੁਕਨੁਦੀਨ ਨੂੰ ਬਾਤਾ, ਤਾਂ ਰੁਕਨੁਦੀਨ ਬੈਠਾ 1236 ਤੋਂ ਲੈ ਕੇ, ਟਾਈਮ ਪੀਰੀਅਡ ਦੇਖੋ 1236 ਤੱਕ। ਹਾਂ, 1236 ਤੋਂ ਲੈ ਕੇ 1236 ਤੱਕ, ਕਿਉਂਕਿ ਇਹਦੇ ਲੱਛਣ ਹੀ ਹੈ ਨਹੀਂ ਸੀ ਕੰਮ ਕਰਨ ਵਾਲੇ। ਤਾਂ ਜਦੋਂ ਲੱਛਣ ਹੀ ਹੈ ਨਹੀਂ ਸੀ, ਜਦੋਂ ਗੱਦੀ ਤੇ ਪਾਇਆ, ਕੋਈ ਕੰਮ ਤਾਂ ਕਰਦਾ ਨਹੀਂ ਸੀਗਾ, ਤੇ ਨਾਲ ਦੀ ਨਾਲ ਹੀ ਇਹਨੂੰ ਗੱਦੀ ਤੋਂ ਚੱਕਤਾ। ਕਿਹਨੇ ਚੱਕਤਾ? ਚਾਲੀਸਾ ਨੇ ਚੱਕਤਾ। ਬਈ ਤੇਰਾ ਡੈਡੀ ਸਹੀ ਕਹਿ ਕੇ ਗਿਆ ਸੀਗਾ, ਤੈਨੂੰ ਬਾਣ ਦਾ ਕੋਈ ਫਾਇਦਾ ਨਹੀਂਗਾ, ਤੂੰ ਕਿਸੇ ਕੰਮ ਦਾ ਨਹੀਂ। ਕਿਉਂਕਿ ਇਹਦੇ ਟਾਈਮ 'ਚ ਜਿਹੜਾ ਰਣਖੰਬੋਰ ਵਾਲਾ ਕਿਲਾ ਸੀਗਾ ਉਹ ਰਾਜਪੂਤਾਂ ਨੇ ਜਿੱਤ ਲਿਆ ਸੀਗਾ। ਬਈ ਇੱਕ ਰਾਜਪੂਤ, ਛੋਟੇ ਜਿਹੇ ਰਾਜਪੂਤ ਹੀ ਇਹਨਾਂ ਤੋਂ ਕਿਲਾ ਖੋ ਕੇ ਲੈ ਗਏ ਸੀ ਰੁਕਨੁਦੀਨ ਹਰਾ ਤੋਂ। ਤਾਂ ਇੱਥੋਂ ਪਤਾ ਲੱਗਿਆ ਸੀ ਵੀ ਇਹ ਬਹੁਤ ਕਮਜ਼ੋਰ ਹੈ, ਇਹਨੂੰ ਹਟਾਓ, ਨਹੀਂ ਤਾਂ ਹੌਲੀ ਹੌਲੀ ਇਹ ਪੂਰਾ ਬਰਬਾਦ ਕਰ ਦੇਗਾ। ਇਸ ਤੋਂ ਬਾਅਦ ਫਿਰ ਇਹਦੇ ਮੁੰਡੇ ਨੂੰ ਵੀ ਨਹੀਂ ਪਾਇਆ। ਤਾਂ ਉਹਨਾਂ ਨੂੰ ਲੱਗਿਆ ਇਲਤੁਤਮਿਸ਼ ਸਹੀ ਕਹਿ ਕੇ ਗਿਆ ਸੀ, ਇਹਦੇ ਮੁੰਡਿਆਂ ਨੂੰ ਨਾ ਬਿਠਾਓ। ਚਾਲੀਸਾ ਨੂੰ ਲੱਗਿਆ ਵੀ ਇਹਦੇ ਮੁੰਡਿਆਂ ਨੂੰ ਨਾ ਬਿਠਾਓ, ਕੁੜੀ ਨੂੰ ਬਿਠਾਓ। ਉਸ ਤੋਂ ਬਾਅਦ ਬੈਠੀ ਸੀ ਰਜੀਆ ਸੁਲਤਾਨ। ਤਾਂ ਰਜੀਆ ਸੁਲਤਾਨ ਦਾ ਟਾਈਮ ਪੀਰੀਅਡ ਸੀਗਾ 1236 ਤੋਂ ਲੈ ਕੇ 1240 ਤੱਕ। 1236 ਤੋਂ ਲੈ ਕੇ 1240 ਤੱਕ ਰਜੀਆ ਸੁਲਤਾਨ ਦਾ ਟਾਈਮ ਪੀਰੀਅਡ ਸੀਗਾ। ਕਲੀਅਰ ਹੋ ਗਈ? ਤਾਂ ਇਲਤੁਤਮਿਸ਼ ਦੀ ਡੈਥ ਤੋਂ ਬਾਅਦ ਤਾਂ ਪਹਿਲਾਂ ਰੁਕਨੁਦੀਨ ਆਇਆ, ਪਰ ਉਹਨੂੰ ਗੱਦੀ ਨਸੀਬ ਨਹੀਂ ਹੋਣ ਦਿੱਤੀ। ਚਾਲੀਸਾ ਨੇ ਪਾਇਆ, ਉਹਨਾਂ ਨੇ ਉਠਾਇਆ। ਉਸ ਤੋਂ ਬਾਅਦ ਆ ਗਈ ਸੀ ਰਜੀਆ ਸੁਲਤਾਨ। ਤਾਂ ਰਜੀਆ ਸੁਲਤਾਨ ਬਾਰੇ ਸਭ ਤੋਂ ਪਹਿਲੀ ਗੱਲ ਲਿਖਦੇ ਆਪਾਂ, ਸ਼ੀ ਵਾਸ ਦਾ फर्स्ट मुस्लिम वुमेन रूलर। ठीक है भाई, कहने का मतलब ये है, ਹੁਣ ਤੱਕ ਦੇਖੋ ਮੈਂ ਹਿਸਟਰੀ ਲਿਖਾਈ ਹੈ ਜਿੰਨੀ ਆਪਾਂ ਪੜ੍ਹੀ ਹੈ ਜਾਂ ਅੱਗੇ ਪੜਾਂਗੇ, ਉਹਨਾਂ ਦੇ ਵਿੱਚ ਕਦੇ ਵੀ ਇਹੋ ਜਿਹਾ ਨਹੀਂ ਹੋਇਆ ਵੀ ਪਹਿਲਾਂ ਕੋਈ ਰਾਣੀ ਬੈਠੀ ਹੈ। ਮੈਂ ਦੱਸਿਆ ਕੋਈ ਇੱਥੋਂ ਦੀ ਰਾਣੀ ਬੈਠੀ ਹੈ ਜਾਂ ਕੋਈ ਆਇਆ ਗੱਦੀ ਤੇ ਬੈਠਾ ਹੈ। ਤਾਂ ਇਹ ਪਹਿਲੀ ਬਣੀ ਸੀਗੀ ਜੋ ਫਸਟ ਮੁਸਲਿਮ ਰੂਲਰ ਸੀਗੀ ਜਿਹਨੇ ਰੂਲ ਕੀਤਾ ਹੈ ਭਾਰਤ ਤੇ। ਉਹ ਕੌਣ ਸੀਗੀ? ਉਹ ਸੀਗੀ ਸ਼ੀ ਵਾਸ ਫਸਟ ਰੂਲਰ ਬਣੀ ਸੀਗੀ। ਕਲੀਅਰ ਹੈ? ਇਹਦਾ ਗੱਲ ਦਾ ਧਿਆਨ ਰੱਖਿਓ ਮਾੜਾ ਜਿਹਾ। ਫਸਟ ਮੁਸਲਿਮ ਰੂਲਰ ਜੋ ਕਿ ਗੱਦੀ ਤੇ ਬੈਠੀ ਸੀ। ਇਸ ਤੋਂ ਪਹਿਲਾਂ ਜਿੰਨੇ ਆਏ ਬੰਦੇ ਆਏ ਸਾਰੇ ਬੰਦੇ ਸੀਗੇ, ਜੋ ਵੀ ਜਿੰਨੇ ਵੀ ਆਏ ਸਾਰੇ ਤਾਂ ਤੁਹਾਨੂੰ ਪਤਾ ਹੈ, ਸਾਰਿਆਂ ਬਾਰੇ ਆਪਾਂ ਪੜ੍ਹਿਆ। ਇਹ ਪਹਿਲੀ ਆਈ ਸੀ, ਇਹਦੇ ਬਾਰੇ ਪਤਾ ਲੱਗ ਗਿਆ। ਕਲੀਅਰ ਹੋ ਗਈ ਗੱਲ ਨੂੰ? ਉਸ ਤੋਂ ਬਾਅਦ ਜਦੋਂ ਇਹ ਆਈ ਤਾਂ ਇਹਨੇ ਕੀ ਕੈਪਚਰ ਕੀਤਾ? ਤਾਂ ਇਹਨੇ ਦੁਬਾਰਾ ਕੈਪਚਰ ਕੀਤਾ ਰਣਥੰਭੋਰ ਵਾਲਾ ਕਿਲਾ। ਠੀਕ ਹੈ ਬਈ ਆਹ ਕਿਲਾ ਖੋਲਿਆ ਸੀਗਾ। ਕਿਹਨਾਂ ਨੇ ਖੋਲਿਆ ਸੀ? ਰਾਜਪੂਤਾਂ ਨੇ ਥੋੜੇ ਜਿਹੇ ਰਾਜਪੂਤ ਸੀ, ਰਾਜਪੂਤਾਂ ਨੇ ਖੋਲਿਆ ਸੀਗਾ। ਕਿਸ ਤੋਂ ਖੋਲਿਆ ਸੀਗਾ? ਰੁਕਨੁਦੀਨ ਹਰਾ ਤੋਂ। ਤਾਂ ਇਹਨੇ ਵਾਪਸ ਛੁਡਾ ਕੇ ਲਿਆਇਆ। ਇਹ ਆਪ ਨਹੀਂ ਗਈ, ਮਤਲਬ ਇਹਦੇ ਸੈਨਾ ਜਿਹੜੇ ਸੀਗੇ ਬਹੁਤ ਤਗੜੇ ਵਜ਼ੀਰ ਇਹਦੇ ਨਾਲ ਸੀਗੇ, ਨਿਜ਼ਾਮ ਉਲ ਹਲਕ ਵਰਗੇ, ਉਹਨਾਂ ਬਾਰੇ ਆਪਾਂ ਪੜਾਂਗੇ। ਤਾਂ ਉਹ ਛੁਡਾ ਕੇ ਲਿਆਏ ਸੀਗੇ ਕਿਲਾ। ਕਿਹੜਾ ਰਣਥੰਭੋਰ ਵਾਲਾ ਕਿਲਾ। ਤਾਂ ਇਹ ਕੌਣ ਸੀਗੀ? ਰਜੀਆ ਸੁਲਤਾਨ। ਕਲੀਅਰ ਹੋ ਗਈ ਗੱਲ ਨੂੰ? ਉਸ ਤੋਂ ਬਾਅਦ ਇੱਕ ਗੱਲ ਹੋਰ ਧਿਆਨ ਨਾਲ ਸੁਣਿਓ। ਉਸ ਤੋਂ ਬਾਅਦ ਮੈਂ ਇੱਕ ਬੰਦੇ ਦਾ ਨਾਂ ਲਿਖਣ ਜਾ ਰਿਹਾ, ਯਕੂਤ। ਬਸ ਇੱਥੇ ਆ ਕੇ ਥੋੜਾ ਜਿਹਾ ਕੰਮ ਟਾਈਟ ਹੋ ਗਿਆ। ਯਕੂਤ ਬਾਰੇ ਆਪਾਂ ਸਮਝਦੇ ਹਾਂ। ਦੇਖੋ ਸਭ ਤੋਂ ਪਹਿਲਾਂ ਤਾਂ ਕੀ ਆਇਆ ਬਈ, ਇਹਨੇ ਕੀ ਕੀਤਾ? ਫਸਟ ਮੁਸਲਿਮ ਬਣੀ ਹੈ, ਤਾਂ ਆਪਾਂ ਨੂੰ ਪਤਾ ਲੱਗ ਗਿਆ। ਉਸ ਤੋਂ ਬਾਅਦ ਕੌਣ ਆ ਗਿਆ ਸੀਗਾ? ਇਹਨੇ ਰਣਥੰਭੋਰ ਵਾਲਾ ਕਿਲਾ ਜਿੱਤਿਆ ਰਾਜਪੂਤਾਂ ਤੋਂ, ਇਹ ਵੀ ਆਪਾਂ ਨੂੰ ਪਤਾ ਲੱਗ ਗਿਆ। ਉਸ ਤੋਂ ਬਾਅਦ ਯਕੂਤ ਜਿਹੜੇ ਬੰਦੇ ਦਾ ਮੈਂ ਨਾਮ ਪਾਇਆ ਬਈ, ਠੀਕ ਹੈ, ਇਹ ਇਹਨਾਂ ਦੇ
ਘੋੜੇ ਸਾਫ਼ ਕਰਨ ਵਾਲਾ ਬੰਦਾ ਸੀਗਾ। ਜਿਵੇਂ ਇੱਕ ਕਹਿੰਦੇ ਤਬੇਲਾ ਹੁੰਦਾ, ਤਬੇਲੇ 'ਚ ਆਪਾਂ ਘੋੜੇ ਸਾਫ਼ ਕਰਨ ਵਾਲਾ ਬੰਦਾ ਰੱਖ ਲੈਂਦੇ ਹਾਂ, ਇਹ ਉਹੀ ਸੀਗਾ। ਕਲੀਅਰ ਹੈ? ਯਕੂਤ ਉਹੀ ਬੰਦੇ ਦਾ ਨਾਮ ਹੈ, ਇੱਕ ਤਬੇਲੇ ਸਾਫ਼ ਕਰਦਾ ਸੀ। ਹੁਣ ਗੱਲ ਇਹ ਹੋਈ, ਇਹਦੇ ਨਾਲ ਰਜ਼ੀਆ ਸੁਲਤਾਨ ਨੂੰ ਹੋ ਗਿਆ ਮੁਹੱਬਤ, ਪਿਆਰ ਹੋ ਗਿਆ ਇਹਦੇ ਨਾਲ। ਹੁਣ ਰਜ਼ੀਆ ਸੁਲਤਾਨ ਤੇ ਇਹ ਯਕੂਤ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀਗੇ, ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ। ਕੌਣ ਕੌਣ? ਰਜ਼ੀਆ ਸੁਲਤਾਨ ਤੇ ਯਕੂਤ। ਪਰ ਇਸ ਗੱਲ ਨੂੰ ਚਾਲੀਸਾ ਨਹੀਂ ਮੰਨਦੀ ਸੀ। ਚਾਲੀਸਾ ਨਹੀਂ ਚਾਹੁੰਦੀ ਸੀ ਵੀ ਗੱਦੀ ਤੇ ਬੈਠੇ ਤਾਂ ਕੋਈ ਕੌਣ ਬੈਠੇ, ਹੁਣ ਰਾਜਾ ਬਣੂਗਾ ਤਾਂ ਕੌਣ ਬਣੂਗਾ? ਯਕੂਤ ਬਣੂਗਾ। ਤਾਂ ਇਸ ਗੱਲ ਦਾ ਵਿਰੋਧ ਕੀਤਾ ਚਾਲੀਸਾ ਨੇ ਬਹੁਤ ਵਿਰੋਧ ਕੀਤਾ। ਤੇ ਇਸ ਲਈ ਉਹ ਕਹਿ ਰਹੇ ਬਈ ਅਗਰ ਤੂੰ ਇਹਦੇ ਨਾਲ ਵਿਆਹ ਕਰਾਣਾ ਹੈ, ਯਕੂਤ ਨਾਲ ਵਿਆਹ ਕਰਾਣਾ ਹੈ, ਤਾਂ ਤੈਨੂੰ ਗੱਦੀ ਛੱਡਣੀ ਪੈਣੀ ਹੈ, ਤੈਨੂੰ ਗੱਦੀ ਛੱਡਣੀ ਪੈਣੀ ਹੈ। ਚਾਲੀਸਾ ਮੰਨੀ ਨਹੀਂ। ਇਸ ਲਈ ਯਕੂਤ ਤੇ ਉਰੇ ਲਿਖਦੀਆਂ ਆਪਾਂ ਯਕੂਤ ਐਂਡ ਰਜ਼ੀਆ ਬਈ ਰਜ਼ੀਆ ਨੇ ਸਹੁੰ ਖਾਲੀ ਸੀ ਵੀ ਵਿਆਹ ਕਰਾਉਣ ਦਾ ਯਕੂਤ ਦੇ ਨਾਲ ਕਰਵਾਉਣਾ, ਚਾਹੇ ਮੈਨੂੰ ਗੱਦੀ ਛੱਡਣੀ ਪੈ ਜੇ। ਤਾਂ ਇਸ ਲਈ ਯਕੂਤ ਐਂਡ ਰਜ਼ੀਆ ਇਹ ਦਿੱਲੀ ਛੱਡ ਕੇ ਭੱਜ ਗਏ। ਹਾਂ ਦੇਖੋ, ਇਹ ਕੌਣ ਸੀਗੇ? ਤੁਹਾਨੂੰ ਪਤਾ ਵੀ ਮੁਸਲਿਮ ਰੂਲ ਕਰ ਰਹੀ ਸੀਗੀ। ਕਿੱਥੇ ਰੂਲ ਕਰ ਰਹੀ ਸੀ? ਦਿੱਲੀ ਦੇ ਕਿਲੇ ਤੇ। ਪਰ ਇੱਕ ਘੋੜੇ ਸਾਫ਼ ਕਰਨ ਵਾਲੇ ਪਿੱਛੇ ਇਹ ਆਪਦਾ ਕੀ ਕੀਤਾ, ਯਕੂਤ ਤੇ ਇਹ ਰਜ਼ੀਆ ਭੱਜ ਗਏ। ਤੇ ਭੱਜ ਕੇ ਕਿੱਥੇ ਗਏ? ਤਾਂ ਭੱਜ ਕੇ ਗਏ ਤਿਬਰ ਹਿੰਦ ਭੱਜ ਗਏ। ਕਲੀਅਰ ਹੋ ਗਈ? ਹੁਣ ਤਿਬਰ ਹਿੰਦ ਭੱਜ ਗਏ। ਤਿਬਰ ਹਿੰਦ ਕੋਈ ਤਾਂ ਰਹਿੰਦਾ ਹੋਏਗਾ, ਕੋਈ ਤਾਂ ਬੰਦਾ ਹੋਏਗਾ। ਤਾਂ ਤਿਬਰ ਹਿੰਦ ਦਾ ਗਵਰਨਰ ਕੌਣ ਸੀ? ਇਹ ਜਗ੍ਹਾ ਵੀ ਦੱਸਦੇ ਆਪਾਂ ਹੁਣੇ। ਗਵਰਨਰ ਕੌਣ ਸੀ? ਅਲਤੂਨੀਆ। ਇਹ ਅਲਤੂਨੀਆ ਗਵਰਨਰ ਸੀਗਾ ਤਿਬਰ ਹਿੰਦ ਦਾ। ਤਾਂ ਤਿਬਰ ਹਿੰਦ 'ਚ ਗਏ, ਸ਼ਰਨ ਲੈਣ ਗਏ ਸੀਗੇ ਯਕੂਤ ਤੇ ਰਜ਼ੀਆ ਵੀ ਸਾਡੀ ਹੈਲਪ ਕਰੋ, ਚਾਲੀਸਾ ਨਹੀਂ ਮੰਨਦੀ। ਤੇ ਇਹ ਤਿਬਰ ਹਿੰਦ ਕਿੱਥੇ ਪੈਂਦਾ ਹੈ? ਤਾਂ ਇਹ ਪੈਂਦਾ ਪੰਜਾਬ 'ਚ। ਪੰਜਾਬ ਦੀ ਕਿਹੜੀ ਜਗ੍ਹਾ? ਤਾਂ ਪੰਜਾਬ ਦਾ ਬਠਿੰਡਾ। ਪੰਜਾਬ ਦਾ ਬਠਿੰਡੇ ਨੂੰ ਪਹਿਲਾਂ ਤਿਬਰ ਹਿੰਦ ਕਿਹਾ ਜਾਂਦਾ ਸੀਗਾ। ਉੱਥੇ ਭੱਜ ਗਏ ਤੇ ਬਠਿੰਡੇ ਵਾਲੇ ਕਿਲੇ 'ਚ ਗਏ। ਕੌਣ ਗਏ? ਰਜ਼ੀਆ ਤੇ ਯਕੂਤ ਗਏ। ਪਰ ਆ ਜਿਹੜਾ ਸੀਗਾ ਬਹਿਰਾਮ ਸ਼ਾਹ ਨੂੰ ਪਹਿਲਾਂ ਹੀ ਪਤਾ ਸੀਗਾ ਬਈ ਮੇਰੀ ਭੈਣ ਤੇ ਜਿਹੜਾ ਯਕੂਤ ਨਾਂ ਦਾ ਘੋੜੇ ਸਾਫ਼ ਕਰਨ ਵਾਲਾ ਬੰਦਾ ਹੈ, ਇਹ ਭੱਜ ਕੇ ਪੱਕਾ ਕਿੱਥੇ ਜਾਣਗੇ? ਦਿੱਲੀ ਤੋਂ ਭੱਜੇ ਸੀ ਨਾ, ਦਿੱਲੀ ਤੋਂ ਭੱਜ ਕੇ ਪੱਕਾ ਇਹ ਤਿਬਰ ਹਿੰਦੀ ਜਾਣਗੇ, ਜਿਹਨੂੰ ਬਠਿੰਡਾ ਕਹਿੰਦੇ ਆ, ਬਠਿੰਡੇ ਹੀ ਜਾਣਗੇ। ਇਸ ਲਈ ਉਹਨੇ ਆਪਦੇ ਪਹਿਲਾਂ ਹੀ ਸੈਨਿਕ ਭੇਜਤੇ। ਬਈ ਬਹਿਰਾਮ ਸ਼ਾਹ ਨੇ ਪਹਿਲਾਂ ਹੀ ਸੈਨਿਕ ਭੇਜਤੇ ਸੀ ਅਲਤੂਨੀਆ ਕੋਲੇ। ਬਈ ਜਦੋਂ ਮੇਰੀ ਭੈਣ ਤੇ ਇੱਕ ਯਕੂਤ ਨਾਂ ਦਾ ਬੰਦਾ ਹੋਊਗਾ, ਉਹਨਾਂ ਨੂੰ ਦੇ ਮਾਰ। ਉਹ ਤਾਂ ਮਰਵਾਉਣਾ ਚਾਹੁੰਦਾ ਸੀਗਾ, ਕਿਉਂਕਿ ਜੇ ਆ ਮਰ ਗਈ, ਆ ਪਹਿਲਾਂ ਹੀ ਖਤਮ ਹੋ ਗਿਆ, ਗੱਦੀ ਕਿਹਨੂੰ ਮਿਲ ਜਾਣੀ ਸੀ? ਬਹਿਰਾਮ ਸ਼ਾਹ ਨੂੰ। ਕਲੀਅਰ ਹੈ? ਦੇਖੋ, ਆ ਦੋਵੇਂ ਭੱਜ ਕੇ ਕਿੱਥੇ ਗਏ? ਤਾਂ ਇਹ ਗਏ ਬਠਿੰਡਾ। ਕਿਹਦੇ ਕੋਲੇ ਗਏ? ਅਲਤੂਨੀਆ ਕੋਲੇ। ਅਲਤੂਨੀਆ ਬਠਿੰਡੇ ਵਾਲੇ ਕਿਲੇ ਦਾ ਗਵਰਨਰ ਸੀਗਾ। ਪਰ ਇਹਨੂੰ ਪਹਿਲਾਂ ਹੀ ਪਤਾ ਸੀ ਉੱਥੇ ਜਾਣਗੇ, ਤਾਂ ਆਪਦੇ ਸੈਨਿਕ ਭੇਜ ਕੇ ਪਹਿਲਾਂ ਹੀ ਦੱਸਤਾ ਵੀ ਜੇ ਕੋਈ ਆਵੇ ਤਾਂ ਮਰਵਾ ਦੀ। ਉਹੀ ਗੱਲ ਹੋਈ, ਇਹ ਦੋਵੇਂ ਪਹੁੰਚ ਗਏ। ਯਕੂਤ ਤੇ ਰਜ਼ੀਆ ਕਿਹਦੇ ਕੋਲੇ ਪਹੁੰਚ ਗਏ? ਅਲਤੂਨੀਆ ਕੋਲੇ। ਬਈ ਜਿਵੇਂ ਹੀ ਅਲਤੂਨੀਆ ਕੋਲੇ ਪਹੁੰਚੇ ਤਾਂ ਅਲਤੂਨੀਆ ਨੇ ਤਲਵਾਰ ਰੱਖੀ ਤੇ ਯਕੂਤ ਦਾ ਦਿੱਤਾ ਮਾਰ। ਜਿਵੇਂ ਹੀ ਰਜ਼ੀਆ ਨੂੰ ਮਾਰਨ ਲੱਗਿਆ, ਰਜ਼ੀਆ ਕਹਿ ਰਹੀ ਬਈ ਮੈਨੂੰ ਮਾਰ ਕੇ ਕੀ ਮਿਲੂਗਾ ਜੇ ਆਪਾਂ ਦੋਵੇਂ ਜਣੇ ਵਿਆਹ ਕਰਾ ਲਈਏ। ਠੀਕ ਹੈ, ਦੋਵੇਂ ਜਣੇ ਵਿਆਹ ਕਰਾ ਲਈਏ। ਕੌਣ ਕਹਿ ਰਿਹਾ? ਦੇਖੋ ਬਈ, ਰਜ਼ੀਆ ਪਹਿਲਾਂ ਤਾਂ ਆਈ ਇਹਦੇ ਨਾਲ ਸੀਗੀ, ਹੁਣ ਇਹਨੂੰ ਕਹਿ ਰਹੀ ਜੇ ਆਪਾਂ ਦੋਵੇਂ ਜਣੇ ਵਿਆਹ ਕਰਾ ਲਈਏ। ਤਾਂ ਅਲਤੂਨੀਆ ਤਾਂ ਉਹੀ ਡਿੱਗ ਗਿਆ। ਬਈ ਇਹਨੇ ਕਿਹਾ ਵਿਆਹ ਵਾਸਤੇ। ਤਾਂ ਬਾਅਦ ਦੇ ਵਿਚਕਾਰ ਇਹਦੇ ਨਾਲ ਚੱਕਰ ਚੱਲ ਪਿਆ। ਕਿਹਦਾ? ਅਲਤੂਨੀਆ ਐਂਡ ਰਜ਼ੀਆ ਦਾ। ਅਲਤੂਨੀਆ ਤੇ ਰਜ਼ੀਆ। ਬਈ ਦੇਖੋ, ਭੱਜਿਆ ਕੌਣ, ਜਾਨ ਕਿਹਦੀ ਗਈ, ਚੱਕਰ ਕਿਹਦੇ ਨਾਲ ਚੱਲ ਰਿਹਾ? ਅਲਤੂਨੀਆ ਦੇ ਨਾਲ। ਠੀਕ ਹੈ, ਅਲਤੂਨੀਆ ਦੇ ਨਾਲ। ਇਹ ਗੱਲ ਦਾ ਪਤਾ ਬਹਿਰਾਮ ਸ਼ਾਹ ਨੂੰ ਲੱਗ ਗਿਆ ਬਈ ਆ ਹੋਈ ਕੀ ਜਾਂਦਾ ਹੈ। ਮੇਰੀ ਭੈਣ ਗਈ ਕਿਹਦੇ ਨਾਲ ਸੀਗੀ, ਵਿਆਹ ਕਿਹਦੇ ਨਾਲ ਕਰਾ ਰਹੀ ਹੈ? ਇਹਨਾਂ ਦੋਵਾਂ ਦੇ ਜਣਿਆਂ ਦਾ ਵਿਆਹ ਹੋਣ ਲੱਗਿਆ ਸੀਗਾ। ਪਰ ਬਹਿਰਾਮ ਸ਼ਾਹ ਨੇ ਸੈਨਾਪਤੀ ਭੇਜ ਕੇ ਪਹਿਲਾਂ ਹੀ ਬਠਿੰਡੇ ਵਾਲਾ ਕਿਲਾ ਘੇਰ ਲਿਆ ਸੀਗਾ। ਬਈ ਜਿਹੜਾ ਬਠਿੰਡੇ ਵਾਲਾ ਕਿਲਾ ਨਾ, ਬਠਿੰਡੇ ਵਾਲਾ ਕਿਲਾ ਸਾਰਾ ਘੇਰ ਲਿਆ ਬਹਿਰਾਮ ਸ਼ਾਹ ਹਰਾ ਨੇ, ਜਿਹਦੇ ਵਿੱਚ ਛਾਲ ਮਾਰੀ ਸੀ ਰਜ਼ੀਆ ਤੇ ਅਲਤੂਨੀਆ ਨੇ। ਛਾਲ ਮਾਰੀ ਸੀ, ਰਜ਼ੀਆ ਸੁਲਤਾਨ ਨੇ ਛਾਲ ਮਾਰੀ ਸੀ। ਇਹ ਬਚ ਗਈ ਸੀ। ਪਰ ਹਰਿਆਣਾ ਜਗ੍ਹਾ ਹੈਗੀ ਕੈਥਲ, ਉੱਥੇ ਜਾ ਕੇ ਜਾਟਸ ਦੁਆਰਾ ਮਾਰੀ ਗਈ। ਉੱਥੇ ਜਾ ਕੇ ਕੈਥਲ ਜਗ੍ਹਾ ਹੈਗੀ ਹੈ, ਉੱਥੇ ਜਾ ਕੇ ਜਾਟਸ ਨੇ ਮਾਰਤੀ। ਬਈ ਜੱਟਸ ਨੇ ਜਿਹੜੇ ਸੀਗੇ ਉਹਨਾਂ ਨੇ ਮਾਰਤੀ, ਰਜ਼ੀਆ ਸੁਲਤਾਨ ਨੂੰ ਮਾਰਤਾ। ਕਲੀਅਰ ਹੋ ਗਈ ਗੱਲ ਨੂੰ? ਤਾਂ ਇੰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਹੁਣ ਦੇਖੋ, ਰਜ਼ੀਆ ਵੀ ਮਰ ਗਈ। ਕਿੱਥੇ ਜਾ ਕੇ ਮਾਰੀ? ਹਰਿਆਣੇ 'ਚ, ਕੈਥਲ 'ਚ। ਆ ਵੀ ਮਾਰਿਆ ਗਿਆ, ਅਲਤੂਨੀਆ ਵੀ ਮਾਰਿਆ ਗਿਆ, ਯਕੂਤ ਵਿਚਾਰਾ ਪਹਿਲਾਂ ਹੀ ਮਾਰਿਆ ਗਿਆ। ਗਏ ਕਿੱਥੇ ਸੀ? ਬਠਿੰਡੇ ਵਾਲੇ ਕਿਲੇ 'ਚ। ਤਾਂ ਇਹ ਤੁਹਾਨੂੰ ਸਾਰੀ ਲੱਗਦਾ ਕਹਾਣੀ ਪਤਾ ਲੱਗ ਗਈ ਹੋਊਗੀ। ਇਸ ਤੋਂ ਬਾਅਦ ਗੱਦੀ ਤੇ ਆ ਗਿਆ ਸੀ ਬਹਿਰਾਮ ਸ਼ਾਹ। ਤਾਂ ਇਹਨੂੰ ਨੋਟ ਕਰੋ, ਆਪਾਂ ਬਹਿਰਾਮ ਸ਼ਾਹ ਬਾਰੇ ਲਿਖਦੇ ਹਾਂ। ਹਾਂ ਬਈ, ਉਸ ਤੋਂ ਬਾਅਦ ਆ ਗਿਆ ਸੀ ਉਹਦਾ ਤੀਜਾ ਭਰਾ ਬਹਿਰਾਮ
ਸ਼ਾਹ, ਬਹਿਰਾਮ ਸ਼ਾਹ। ਬਈ ਤੀਜਾ ਭਰਾ ਮਤਲਬ ਦੂਜਾ ਭਰਾ ਤੇ ਇੱਕ ਕੁੜੀ ਸੀਗੀ, ਟੋਟਲ ਮਿਲਾ ਕੇ 3 ਜਣੇ ਹੋ ਗਏ। ਬਹਿਰਾਮ ਸ਼ਾਹ। ਅੱਛਾ ਬਹਿਰਾਮ ਸ਼ਾਹ ਬੱਚਾ ਇਹ ਵੀ ਨਹੀਂ। ਟਾਈਮ ਪੀਰੀਅਡ ਦੇਖੋ ਬੰਦੇ ਦਾ 1240 ਤੋਂ ਲੈ ਕੇ 1242 ਤੱਕ। ਇਲਤੁਤਮਿਸ਼ ਦੇ ਸਾਰੇ ਜੋਕ ਆਈ ਗਏ ਹੈ। ਰੁਕਨੁਦੀਨ ਵਿਚਾਰਾ ਹੀ ਫੁੜਕ ਗਿਆ, ਰਜੀਆ ਸੁਲਤਾਨਾ ਹੀ ਚਲੀ ਗਈ, ਇਹ ਵੀ ਵਿਚਾਰਾ ਐਵੇਂ ਹੀ ਚੱਲ ਬਸਿਆ। ਤਾਂ ਬਹਿਰਾਮ ਸ਼ਾਹ ਕਿੱਥੇ ਰੂਲ ਕਰ ਰਿਹਾ ਸੀ ਬਈ? ਤਾਂ ਦਿੱਲੀ ਤੇ ਰੂਲ ਕਰ ਰਿਹਾ ਸੀ, ਦਿੱਲੀ ਤੇ। ਤਾਂ ਬਈ ਦਿੱਲੀ ਦੇ ਰਾਜੇ ਤੇ ਦਿੱਲੀ ਤੇ ਰੂਲ ਕਰਨਗੇ। ਇਹਨੇ ਕੀ ਚਲਾਇਆ? ਇਹਨੇ ਕੋਇਨ ਚਲਾਏ ਆਪਦੇ ਟਾਈਮ ਤੇ। ਤਾਂ ਕੋਇਨ ਸਟਾਰਟ ਕਰਾਏ। ਕਿਹੜੇ ਕਿਹੜੇ ਕੋਇਨ ਸਟਾਰਟ ਕਰਾਏ ਸੀ ਇਹਨੇ? ਤਾਂ ਇਹਨੇ ਬੁੱਲ ਐਂਡ ਹਾਰਸ, ਬੁੱਲ ਐਂਡ ਹਾਰਸ, ਇਹਨੇ ਜਿਹੜੇ ਕੋਇਨ ਚਲਾਏ ਸੀ ਬੁੱਲ ਐਂਡ ਹਾਰਸ, ਕਲੀਅਰ ਹੈ? ਉਹਦੇ ਨਾਂ ਦੇ ਕੋਇਨ ਚਲਾਏ ਸੀ ਬੁੱਲ ਐਂਡ ਹਾਰਸ, ਠੀਕ ਹੈ ਬਈ। ਉਸ ਤੇ ਬੁੱਲ ਦੀ ਤੇ ਹਾਰਸ ਦੀ ਪਿਕਚਰ ਲੱਗੀ ਹੋਈ ਸੀਗੀ, ਉਸ ਨਾਂ ਦੇ ਕੋਇਨ ਚਲਾਏ ਸੀ ਇਹਨੇ, ਠੀਕ ਹੈ। ਤਾਂ ਇੱਕ ਧਿਆਨ ਰੱਖਿਓ ਮਾੜਾ ਜਿਹਾ। ਹੁਣ ਇਹਦੇ ਟਾਈਮ 'ਚ ਮੰਗੋਲੀਅਨ ਦਾ ਅਟੈਕ ਹੋ ਗਿਆ ਬਈ। ਮੰਗੋਲੀਅਨ ਅਟੈਕ ਹੋਇਆ ਕਿਹਦੇ ਤੇ? ਬਹਿਰਾਮ ਸ਼ਾਹ ਤੇ। ਬਹਿਰਾਮ ਸ਼ਾਹ ਹਰਾਂ ਦੀ ਬਹੁਤ ਬੁਰੀ ਤਰ੍ਹਾਂ ਹਾਲ ਹੋਈ, ਕਿਉਂਕਿ ਇਲਤੁਤਮਿਸ਼ ਨੇ ਬਹੁਤ ਜ਼ਿਆਦਾ ਦੁਖੀ ਕੀਤਾ ਸੀ ਮੰਗੋਲੀਆ ਨੂੰ। ਪਰ ਮੰਗੋਲੀਆ ਵਾਲੇ ਵੀ ਬਦਲ ਲੈਣਾ ਚਾਹੁੰਦੇ ਸੀ। ਇਲਤੁਤਮਿਸ਼ ਤਾਂ ਚੱਲ ਬਸਿਆ, ਤਾਂ ਉਹਨਾਂ ਨੇ ਬਾਅਦ 'ਚ ਅਟੈਕ ਕੀਤੇ। ਕਿਸ ਤੇ ਅਟੈਕ ਕੀਤੇ? ਬਹਿਰਾਮ ਸ਼ਾਹ ਤੇ, ਦਿੱਲੀ ਤੇ, ਜਿਹਦੇ ਕਰਕੇ ਇਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਇਹਨਾਂ ਦੀ ਇਕਨੋਮੀ ਖਰਾਬ ਹੋ ਗਈ। ਕਿਹਨਾਂ ਦੀ? ਬਹਿਰਾਮ ਸ਼ਾਹ ਹਰਾਂ ਦੀ। ਤੇ ਬਾਅਦ ਦੇ ਵਿਚਕਾਰ 1242 'ਚ ਜਾਂਦੇ ਜਾਂਦੇ ਇਹਦੀ ਡੈਥ ਹੋ ਗਈ, ਕਲੀਅਰ ਹੋ ਗਈ। ਤਾਂ 1242 'ਚ ਜਾਂਦੇ ਜਾਂਦੇ ਇਹਦੀ ਕਿਹਦੀ ਡੈਥ ਹੋ ਗਈ? ਤਾਂ ਇਹਦੀ ਡੈਥ ਹੋ ਗਈ ਕਿਹਦੀ? ਬਹਿਰਾਮ ਸ਼ਾਹ ਦੀ। ਇਸ ਤੋਂ ਬਾਅਦ ਗੱਦੀ ਤੇ ਕੌਣ ਆਇਆ ਸੀ? ਉਹਦੇ ਬਾਰੇ ਆਪਾਂ ਅਗਲੇ ਲੈਕਚਰ 'ਚ ਜਾਣਾਂਗੇ, ਪਰ ਮੈਂ ਨਾਂ ਲਿਖ ਦਿੰਦਾ। ਇਸ ਤੋਂ ਬਾਅਦ ਆਇਆ ਸੀ ਮਸ਼ੁੰਦ ਸ਼ਾਹ। ਇਹ ਆਇਆ ਸੀ ਮਸ਼ੁੰਦ ਸ਼ਾਹ, ਇਹਦੇ ਬਾਰੇ ਜਾਣਾਂਗੇ। ਅੱਜ ਦੇ ਲੈਕਚਰ 'ਚ ਆਪਾਂ ਰੁਕਨੁਦੀਨ ਬਾਰੇ ਜਾਣਿਆ, ਰਜ਼ੀਆ ਸੁਲਤਾਨ ਬਾਰੇ ਜਾਣਿਆ, ਤੇ ਤੀਜਾ ਬਹਿਰਾਮ ਸ਼ਾਹ ਬਾਰੇ ਜਾਣਿਆ। ਬਹਿਰਾਮ ਸ਼ਾਹ ਨੂੰ ਖਤਮ ਹੋਣ ਤੋਂ ਬਾਅਦ ਰਾਜਾ ਬਣਿਆ ਸੀ ਮਸ਼ੁੰਦ ਸ਼ਾਹ ਬਾਰੇ ਅਗਲੇ ਲੈਕਚਰ 'ਚ ਦੇਖਾਂਗੇ ਬਈ ਕੌਣ ਸੀ, ਕਿਵੇਂ ਆਇਆ, ਕਿਵੇਂ ਗੱਦੀ ਤੇ ਬੈਠਾ। ਤਾਂ ਅੱਜ ਲਈ ਇੰਨਾ ਬਹੁਤ ਹੈ, ਠੀਕ ਹੈ। ਜੇ ਤੁਹਾਨੂੰ ਸਮਝ ਆ ਰਹੀ ਹੈ ਵੀਡੀਓ ਦੀ ਤਾਂ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ। ਹਜੇ ਵੀਡੀਓ ਹੋਰ ਆਉਂਦੀਆਂ ਰਹਿਣਗੀਆਂ। ਤੇ ਸਭ ਨੂੰ ਰਾਧੇ ਰਾਧੇ।